ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਇਸ ਗੱਲ ਦੀ ਖਬਰ ਜਿਹੜੀ ਹੈ ਉਹ ਦੂਰ ਦੂਰ ਤੱਕ ਫੈਲ ਜਾਂਦੀ ਹੈ। ਤਲਵੰਡੀ ਦੇ ਵਿੱਚ ਕਿਸੇ ਨੇ ਜਾ ਕੇ ਦੱਸਣਾ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦੀ ਨੌਕਰੀ ਨੂੰ ਛੱਡ ਕੇ ਤੇ ਫਕੀਰਾਂ ਵਾਲਾ ਲਿਬਾਸ ਜਿਹੜਾ ਉਹ ਧਾਰਨ ਕਰ ਲਿਆ। ਮਹਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ ਨੂੰ ਇਸ ਗੱਲ ਦੀ ਬੜੀ ਚਿੰਤਾ ਹੁੰਦੀ ਹੈ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਤਾ ਲੈਣ ਵਾਸਤੇ ਭੇਜਿਆ। ਭਾਈ ਮਰਦਾਨਾ ਜੀ ਸੁਲਤਾਨਪੁਰ ਆਉਂਦੇ ਹੈ, ਆ ਕੇ ਭੈਣ ਨਾਨਕੀ ਦੇ ਘਰ ਜਾਂਦੇ ਹੈ। ਨਾਨਕੀ ਜੀ ਨੇ ਆਉਂਦੇ ਸਾਰ ਭਾਈ ਮਰਦਾਨਾ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਫਿਰ ਨਾਨਕੀ ਜੀ ਦੇ ਕੋਲੋਂ ਪਤਾ ਪੁੱਛ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਜਾਂਦੇ ਹੈ। ਦੇਖ ਕੇ ਬੜਾ ਹੈਰਾਨ ਵੀ ਹੁੰਦੇ ਹੈ, ਕਿੱਥੇ ਮੋਦੀ ਖਾਨੇ ਵਿੱਚ ਬੈਠਦੇ ਹਜ਼ਾਰਾਂ ਲੋਕ ਆਲੇ ਦੁਆਲੇ ਤੁਰੇ ਫਿਰਦੇ ਸੀ, ਕਿੱਥੇ ਹੁਣ ਬਾਹਰ ਫਕੀਰੀ ਲਿਬਾਸ ਪਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੇ ਬੈਠੇ ਹੋਏ ਨੇ। ਇਸ ਗੱਲ ਦਾ ਜਦੋਂ ਭਾਈ ਮਰਦਾਨਾ ਜੀ ਨੇ ਕਾਰਨ ਪੁੱਛਿਆ ਤੇ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਮਰਦਾਨਿਆ ਤੂੰ ਹੁਣ ਮੇਰੇ ਨਾਲ ਰਹਿ, ਮੈਨੂੰ ਛੱਡ ਕੇ ਨਾ ਜਾ, ਮੇਰਾ ਸਾਥ ਦੇ। ਇਹ ਜਿਹੜਾ ਸੰਸਾਰ ਹੈ ਇਹ ਨਾਸ਼ਵੰਤ ਹੈ, ਇਹ ਖਤਮ ਹੋ ਜਾਣ ਵਾਲਾ ਹੈ। ਦੁਨੀਆ ਦੇ ਪਦਾਰਥ ਜਿਹੜੇ ਇਹ ਸਾਰੇ ਨਾਸ਼ਵੰਤ ਹੈ, ਖਤਮ ਹੋ ਜਾਣ ਵਾਲੇ ਹੈ। ਇਹਨਾਂ ਦਾ ਮੋਹ ਕੋਈ ਬਹੁਤਾ ਚੰਗੀ ਗੱਲ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਹ ਪਾਵਨ ਉਪਦੇਸ਼ ਮਰਦਾਨਾ ਜੀ ਨੂੰ ਬਖਸ਼ਿਸ਼ ਕਰ ਰਹੇ ਸੀ, ਫਿਰ ਭਾਈ ਮਰਦਾਨਾ ਜੀ ਕੀ ਆਖਦੇ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਹੜੀ ਕਿਰਪਾ ਵਰਤਾਉਣ ਲੱਗੇ ਹੈ। ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਸਮਝਾ ਰਹੇ ਹਨ। ਲੜੀਵਾਰ ਇਤਿਹਾਸ ਦੀ ਇਸ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਪ ਸਮੂਹ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਨਕ ਬਚ ਸੁਨੇ ਸੁਭਾਗੁ ਭਿਓ ਸਹਿਜ ਹੀਰ ਦੇ ਵਰਗ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਮਰਦਾਨਿਆ ਇਹ ਸੰਸਾਰ ਜਿਹੜਾ ਇਹ ਨਾਸ਼ਵੰਤ ਹੈ, ਖਤਮ ਹੋ ਜਾਣ ਵਾਲਾ ਏ, ਇਹ ਪਦਾਰਥ ਸਦਾ ਨਿਭਣ ਵਾਲੇ ਨਹੀਂ। ਇਸ ਕਰਕੇ ਸੰਸਾਰ ਨੂੰ ਇੱਕ ਸੁਪਨੇ ਦੀ ਤਰ੍ਹਾਂ ਜਾਣ ਤੇ ਆ ਤੂੰ ਮੇਰੇ ਨਾਲ ਮੇਰਾ ਸਾਥ ਦੇ, ਅਸੀਂ ਸੰਸਾਰ ਦਾ ਭਲਾ ਕਰੀਏ। ਤੇ ਇਹਨਾਂ ਬਚਨਾਂ ਨੂੰ ਜਦੋਂ ਫਿਰ ਭਾਈ ਮਰਦਾਨਾ ਜੀ ਨੇ ਸੁਣਿਆ, ਉਹਨਾਂ ਦੇ ਮਨ ਅੰਦਰ ਬੜਾ ਵੈਰਾਗ ਪੈਦਾ ਹੋਇਆ ਹੈ। ਜੈ ਨਾਮ ਅਗਿਆਨ ਮਟਾਵੇ ਤੇ ਉਪਦੇਸ਼ ਭੇਦ ਕਿਉਂ ਆਵੇ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਪਾਵਨ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਨਾਮ ਐਸੀ ਤਾਕਤ ਹੈ ਜਿਹਦੇ ਨਾਲ ਬੰਦੇ ਦੇ ਅੰਦਰ ਦਾ ਹਨੇਰਾ ਅਗਿਆਨਤਾ ਜਿਹੜੀ ਹੈ ਉਹ ਨਾਸ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਬਿਕਸ ਬਦਨ ਤੇ ਬਚਨ ਪ੍ਰਕਾਸ਼ਾ, ਇੱਛਾ ਗਵਨਾ ਕਰਨ ਈ ਆਸਾ। ਜਦੋਂ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਇਹ ਪਾਵਨ ਉਪਦੇਸ਼ ਸਰਵਣ ਕੀਤਾ ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਮਰਦਾਨਾ ਜੀ ਦਾ ਚਿਹਰਾ ਜਿਹੜਾ ਸੀ ਉਹ ਖਿੜ ਗਿਆ, ਖੁਸ਼ੀਆਂ ਦੇ ਨਾਲ ਭਰ ਗਿਆ ਤੇ ਕਹਿਣ ਲੱਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦਾ ਹੈ ਕਿ ਦੱਸੋ ਆਪਾਂ ਜਾਣਾ ਕਿੱਥੇ ਹੈ, ਕਰਨਾ ਕੀ ਹੈ। ਤੁਮਰੀ ਦਰਬ ਤੁਮ ਕਾਰਜੋ ਤੁਮ ਕਾਰਜ ਦੇਵ ਅਮਾਮਾ ਅਧੀਨਾ, ਕਰੋ ਕਿਉਂ ਨਾ ਹੋਏ ਜਲਹੀਨਾ। ਉਸ ਵਕਤ ਮਰਦਾਨਾ ਜੀ ਕਹਿੰਦੇ ਨੇ, ਸਤਿਗੁਰੂ ਜੀ ਦੱਸੋ ਮੇਰੇ ਕਰਨ ਵਾਸਤੇ ਕਿਹੜਾ ਕਾਰਜ ਹੈ, ਕਿਹੜਾ ਕੰਮ ਹੈ ਜਿਹੜਾ ਮੈਂ ਕਰ ਸਕਦਾ ਹਾਂ। ਜੋ ਆਪ ਜੀ ਹੁਕਮ ਕਰੋਗੇ ਮੈਂ ਉਸ ਕਾਰਜ ਨੂੰ ਕਰਨਾ ਕਰਾਂਗਾ, ਜੋ ਮੇਰੇ ਕੋਲੋਂ ਹੋ ਸਕਿਆ ਮੈਂ ਜ਼ਰੂਰ ਕਰਾਂਗਾ। ਦਰਸ ਕਰਖ ਮਨ ਲੀਆ, ਕਾਸ ਨਾਸੀ ਅਬ ਬੀਆ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਭਾਈ ਮਰਦਾਨਾ ਜੀ ਆਖ ਰਹੇ ਸਨ, ਸਤਿਗੁਰੂ ਤੁਹਾਡੇ ਦਰਸ਼ਨ ਹੀ ਜਿਹੜੇ ਸਨ ਮੈਨੂੰ ਖਿੱਚ ਕੇ ਤੁਹਾਡੇ ਚਰਨਾਂ ਵਿੱਚ ਲੈ ਆਏ ਹਨ। ਤੁਹਾਡੇ ਦਰਸ਼ਨ ਕੀਤਿਆਂ ਹੀ ਸਾਰੇ ਦੁੱਖਾਂ ਦਾ ਨਾਸ ਹੁੰਦਾ ਹੈ, ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਕਿ ਭਾਈ ਮਰਦਾਨਾ ਜੀ ਨੇ ਕਿਹਾ ਕਿ ਸਤਿਗੁਰੂ
ਤੁਹਾਡੇ ਇਹਨਾਂ ਚਰਨਾਂ ਦੇ ਵਿੱਚੋਂ, ਤੁਹਾਡੇ ਇਹਨਾਂ ਬਚਨਾਂ ਦੇ ਵਿੱਚੋਂ, ਤੁਹਾਨੂੰ ਮਿਲ ਕਰਕੇ ਤੁਹਾਡੇ ਦਰਸ਼ਨਾਂ ਦੇ ਵਿੱਚੋਂ ਮਨ ਨੂੰ ਸ਼ਾਂਤੀ ਆਉਂਦੀ ਹੈ। ਇਹ ਵਿਸ਼ੇ ਵਿਕਾਰ ਜਿਹੜੇ ਮਨ ਵਿੱਚੋਂ ਖਤਮ ਹੋ ਜਾਂਦੇ ਨੇ, ਮਨ ਨੂੰ ਟਿਕਾ ਮਿਲ ਜਾਂਦਾ ਹੈ। ਕੇਤ ਦਿਸ ਕਰੋ ਪਿਆਨ ਅਬ ਸੋਗ ਲਹੇ ਕਰ ਮੋਹ। ਫਿਰ ਭਾਈ ਮਰਦਾਨਾ ਜੀ ਆਖਦੇ ਨੇ, ਕਹਿੰਦੇ ਸਤਿਗੁਰੂ ਦੱਸੋ ਆਪਾਂ ਕਿਹੜੀ ਦਿਸ਼ਾ ਵਾਲੇ ਪਾਸੇ ਨੂੰ ਜਾਣਾ ਹੈ। ਮਰਦਾਨੇ ਕੇ ਬਚਨਾ ਬੋਲੇ ਨੰਦ ਸੰਦੇਹ। ਜਦੋਂ ਫਿਰ ਭਾਈ ਮਰਦਾਨਾ ਜੀ ਨੇ ਪੁੱਛਿਆ ਸਤਿਗੁਰੂ ਜਾਣਾ ਕਿੱਧਰ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਫਰਮਾਉਂਦੇ ਹਨ, ਨਹੀਂ ਪ੍ਰਥਮੇ ਕੋਈ ਵਿਚਾਰਾ ਜਹਲੇ ਜਾਵੇ ਸ਼੍ਰੀ ਕਰਤਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਕੋਈ ਮਨ ਵਿੱਚ ਵਿਚਾਰ ਥੋੜੀ ਕੀਤੀ ਹੈ ਵੀ ਕਿੱਧਰ ਨੂੰ ਜਾਣਾ ਹੈ। ਜਿੱਧਰ ਨੂੰ ਕਰਤਾਰ ਲੈ ਜਾਏਗਾ, ਜਿੱਧਰ ਨੂੰ ਪਰਮਾਤਮਾ ਚਾਹੇਗਾ ਆਪਾਂ ਉਧਰ ਨੂੰ ਚੱਲਣਾ ਕਰਾਂਗੇ। ਚਲੋ ਸੰਗ ਹਰ ਖਾਈ ਮੋਹਲੋ ਬੋਰ ਦੇ ਬਿਹਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਮੇਰੇ ਨਾਲ ਚੱਲਣਾ ਹੈ ਨਾ, ਇੱਕ ਗੱਲ ਦਾ ਖਿਆਲ ਕਰ ਲੈ। ਕਿਹੜੀ ਗੱਲ ਦਾ? ਆਪਣੇ ਮਨ ਵਿੱਚੋਂ ਲੋਭ ਲਾਲਚ ਸਾਰਾ ਕੁਝ ਫਿਰ ਤੈਨੂੰ ਤਿਆਗਣਾ ਪਵੇਗਾ, ਖਤਮ ਕਰਨਾ ਪਵੇਗਾ। ਸੁਨ ਪ੍ਰਵੇ ਕਠਨ ਬਿਦ ਮੋਹ ਦੂਰਿਸਤੇ ਮੁਕਸ਼ਕਲ ਸ਼੍ਰੀਓ। ਕਹਿਣ ਲੱਗੇ ਮਰਦਾਨਾ ਜੀ ਆਖਦੇ ਨੇ, ਕਹਿੰਦੇ ਸਤਿਗੁਰੂ ਜੀ ਇੱਕ ਮੁਸ਼ਕਲ ਵੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਮਰਦਾਨਿਆਂ ਮੁਸ਼ਕਲ ਕੀ ਹੈ, ਤੇ ਭਾਈ ਮਰਦਾਨਾ ਜੀ ਆਪਣੀ ਜਿਹੜੀ ਮੁਸ਼ਕਲ ਹੈ ਨਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੱਸਣਾ ਕਰਦੇ ਹਨ। ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਮੈਨੂੰ ਆਪ ਜੀ ਦੇ ਮਾਤਾ ਪਿਤਾ ਨੇ, ਪਿਤਾ ਮਹਿਤਾ ਕਲਿਆਣ ਦਾਸ, ਮਾਤ ਤ੍ਰਿਪਤਾ ਜੀ ਨੇ ਮੈਨੂੰ ਤੁਹਾਡੀ ਖਬਰ ਲੈਣ ਵਾਸਤੇ ਭੇਜਿਆ ਸੀ, ਮੈਨੂੰ ਤੁਹਾਡਾ ਸੁਨੇਹਾ ਲੈਣ ਵਾਸਤੇ ਇੱਥੇ ਭੇਜਿਆ ਹੋਇਆ ਹੈ। ਤੁਹਾਡੇ ਪਿਤਾ ਜੀ ਨੇ, ਮਾਤਾ ਜੀ ਨੇ ਕਿਹਾ ਸੀ ਕਿ ਨਾਨਕ ਦਾ ਪਤਾ ਲੈ ਕੇ ਆਉਣਾ ਹੈ। ਉਹ ਕੀ ਕਰ ਰਹੇ ਹਨ, ਕੀ ਨਹੀਂ ਕਰ ਰਹੇ, ਇਹ ਸਾਰਾ ਕੁਝ ਪਤਾ ਕਰਨ ਵਾਸਤੇ ਮੈਂ ਛੇਤੀ ਦੇ ਨਾਲ ਸੁਲਤਾਨਪੁਰ ਆਇਆ ਹਾਂ। ਕਹਿੰਦੇ ਕਿ ਤੁਹਾਡੇ ਪਿਤਾ ਜੀ ਮਹਿਤਾ ਕਲਿਆਣ ਦਾਸ ਮੇਰੀ ਉਡੀਕ ਕਰ ਰਹੇ ਹੋਣਗੇ ਵੀ ਮੈਂ ਛੇਤੀ ਦੇ ਨਾਲ ਤੁਹਾਡਾ ਪਤਾ ਲੈ ਕੇ ਜਾ ਕੇ ਮਹਿਤਾ ਕਾਲੂ ਜੀ ਨੂੰ ਦੱਸਣਾ ਹੈ। ਇਸ ਕਰਕੇ ਉਹ ਮੇਰੀ ਉਡੀਕ ਵਿੱਚ ਬੈਠੇ ਹੋਣਗੇ, ਉਹਨਾਂ ਦੇ ਚਿੱਤ ਵਿੱਚ ਚਿੰਤਾ ਲੱਗੀ ਹੋਵੇਗੀ ਕਿ ਮੈਂ ਕਦੋਂ ਵਾਪਸ ਆਵਾਂਗਾ। ਕਹਿੰਦੇ ਕਿ ਮੈਂ ਤੁਹਾਡੀ ਆਗਿਆ ਅਨੁਸਾਰ ਇੱਥੇ ਰਹਿ ਪੈਂਦਾ ਹਾਂ, ਮੈਨੂੰ ਕੋਈ ਮੁਸ਼ਕਲ ਨਹੀਂ ਹੋਏਗੀ, ਪਰ ਤੁਹਾਡੇ ਪਿਤਾ ਜੀ ਦੇ ਕੋਲ ਮੈਂ ਨਾ ਗਿਆ ਤੇ ਫਿਰ ਪਿਤਾ ਜੀ ਜਿਹੜੇ ਹਨ ਬੜੇ ਚਿੰਤਾ ਵਿੱਚ ਹੋਣਗੇ, ਬੜੇ ਦੁਖੀ ਹੋਣਗੇ, ਪਰੇਸ਼ਾਨ ਹੋਣਗੇ, ਕਿਉਂਕਿ ਉਹਨਾਂ ਨੇ ਤੇ ਮੈਨੂੰ ਤੁਹਾਡੀ ਖਬਰ ਲੈਣ ਭੇਜਿਆ ਸੀ, ਤੇ ਜੇ ਮੈਂ ਵੀ ਇੱਥੇ ਰਹਿ ਪਿਆ, ਮੈਂ ਵੀ ਨਾ ਗਿਆ, ਤੇ ਪਿਤਾ ਜੀ ਜਿਹੜੇ ਉਹ ਚਿੰਤਾ ਦੇ ਵਿੱਚ ਨਜ਼ਰ ਆਉਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਪਾਵਨ ਬਚਨ ਕਰਦੇ ਨੇ, ਕਹਿੰਦੇ ਮਰਦਾਨਾ ਜੀ ਸੁਣੋ, ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਜਿਹੜਾ ਉਹ ਕਰਨਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਜੇ ਮੇਰੇ ਨਾਲ ਰਹਿਣਾ ਹੈ ਨਾ, ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਣਾ ਹੈ, ਸਾਰੇ ਪਦਾਰਥਾਂ ਦੀ ਤ੍ਰਿਸ਼ਨਾ ਅੱਗ ਇਹਨੂੰ ਸਾੜਨਾ ਪੈਣਾ ਹੈ। ਮੇਰੇ ਨਾਲ ਰਹਿ ਕੇ ਤੈਨੂੰ ਸੰਸਾਰੀ ਤੌਰ ਤੇ ਬੜੇ ਕਠਿਨ ਜਿਹੜੇ ਰਸਤੇ ਹੈ ਉਹ ਝੱਲਣੇ ਪੈਣੇ ਹੈ, ਬੜੇ ਬਿਖੜੇ ਮਾਰਗ ਦੇ ਉੱਪਰ ਚੱਲਣਾ ਪੈਣਾ ਹੈ। ਕਹਿੰਦੇ ਕਿ ਹੋ ਸਕਦਾ ਹੈ ਪਤਾ ਨਹੀਂ ਰਸਤੇ ਵਿੱਚ ਪ੍ਰਸ਼ਾਦਾ ਮਿਲਣਾ ਹੈ ਕਿ ਨਹੀਂ ਮਿਲਣਾ, ਖਾਣ ਵਾਸਤੇ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ। ਐ ਸੰਤੋਖ ਦੇ ਵਿੱਚ ਰਹਿ ਕੇ ਤੈਨੂੰ ਆਪਣੇ ਪੇਟ ਦੀ ਅੱਗ ਜਿਹੜੀ ਹੈ ਨਾ ਉਹ ਬੁਝਾਉਣੀ ਪੈਣੀ ਹੈ। ਜਿੱਦਾਂ ਦੀ ਕੋਈ ਸੰਗਤ ਮਿਲਦੀ ਹੈ ਉਹਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਣਾ ਹੈ। ਕਹਿਣ ਲੱਗੇ ਕਿ ਇਹ ਜਿਹੜੇ ਬਸਤਰ ਹੈ, ਕੱਪੜੇ ਹੈ, ਇਹ ਵੀ ਨਹੀਂ ਮਿਲਣੇ, ਭੋਜਨ ਵੀ ਨਹੀਂ ਮਿਲਣਾ,
ਫਿਰ ਪਤਾ ਨਹੀਂ ਕੀ ਕੁਝ ਹੋਵੇ। ਕਈ ਤਰ੍ਹਾਂ ਦੇ ਸਾਨੂੰ ਦੁੱਖ ਜਿਹੜੇ ਉਹ ਝੱਲਣੇ ਪੈਣੇ ਐ। ਜੇ ਤੇ ਆ ਸਾਰਾ ਕੁਝ ਕਰਨ ਵਾਸਤੇ ਤਿਆਰ ਹੈ, ਜੇ ਤੇ ਆ ਕਠਿਨਾਈਆਂ ਭੋਗਣ ਵਾਸਤੇ ਮੇਰੇ ਨਾਲ ਤਿਆਰ ਹੈ, ਤਾਂ ਫਿਰ ਮੇਰੇ ਸਾਥ ਨਾ ਰਹਿ, ਫਿਰ ਮੇਰੇ ਨਾਲ ਰਹਿ। ਜੇ ਇਹ ਕਠਿਨਾਈਆਂ ਦਾ ਸਾਹਮਣਾ ਨਹੀਂ ਕਰ ਸਕਦਾ ਤੇ ਫਿਰ ਤੇਰੀ ਇੱਛਾ ਹੈ, ਫਿਰ ਤੇਰੀ ਮਰਜ਼ੀ ਹੈ, ਜਿਵੇਂ ਮਰਜ਼ੀ ਤੂੰ ਕਰਨਾ ਕਰ। ਸੁਖ ਭੋਗਨ ਤੇ ਪਿਆਸ ਬਿਲਾਸਾ, ਸੋ ਜਾਊ ਕਾਲੂ ਪਿਤ ਪਾਸਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮਰਦਾਨਿਆਂ, ਜੇ ਤੇ ਸੁੱਖ ਭੋਗਣ ਦੀ ਮਨ ਵਿੱਚ ਲਾਲਸਾ ਹੈ, ਜੇ ਤੇ ਹੈ ਤੇਰੇ ਮਨ ਦੀ ਇੱਛਾ ਕਿ ਤੂੰ ਸੁੱਖ ਹੰਢਾਵੇਂ, ਤੇ ਫਿਰ ਚਲਿਆ ਜਾ, ਮੈਂ ਤਾਂ ਕਾਲੂ ਜੀ ਦੇ ਕੋਲ, ਮੈਂ ਤੈਨੂੰ ਰੋਕਦਾ ਨਹੀਂ ਹਾਂ। ਜੇ ਤੂੰ ਕੇਵਲ ਤੇ ਕੇਵਲ ਸੰਸਾਰ ਦੇ ਰਸ ਮੰਨਣੇ ਨੇ, ਉਹ ਫਿਰ ਤੇਰੀ ਇੱਛਾ ਹੈ। ਬੈਸਨ ਰਹਿਣ ਮਿਲਨ ਪਰਵਾਰਾ, ਇਹ ਬਾਤੇ ਸੋ ਮਦਗਾਰਾ। ਜੇ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ, ਉਹ ਘਰ ਵਿੱਚ ਰਹਿ ਕੇ ਹੀ ਹੋ ਸਕਦੀ ਹੈ। ਉਹ ਜਿਹੜੇ ਬਿਖੜੇ ਪੈਂਡਿਆਂ ਤੇ ਮੈਂ ਚੱਲਣਾ ਨਾ, ਜਿਹਨੂੰ ਭਾਈ ਗੁਰਦਾਸ ਨੇ ਕਿਹਾ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਪਤਾ ਨਹੀਂ ਕਿੰਨੇ ਰੇਤਲੇ ਇਲਾਕਿਆਂ ਦੇ ਉੱਪਰ ਦੀ ਲੰਘਣਾ ਪੈਣਾ ਹੈ, ਪਤਾ ਨਹੀਂ ਕਿੱਦਾਂ ਦੀ ਜ਼ਮੀਨ 'ਤੇ ਸੌਣਾ ਪੈਣਾ, ਜਿੱਥੇ ਰੋੜਿਆਂ ਵਰਗੀ ਕੋਈ ਸਖਤੀ ਹੋ ਸਕਦੀ ਹੈ। ਪਤਾ ਨਹੀਂ ਅੱਕ ਵਰਗੇ ਕਈ ਸਥਾਨਾਂ ਦੇ ਉੱਪਰ ਦੀ ਲੰਘਣਾ ਪੈਣਾ ਹੈ। ਖਾਣ ਵਾਸਤੇ ਵੀ ਕੁਝ ਮਿਲੇ ਨਾ ਮਿਲੇ, ਇੱਦਾਂ ਹੀ ਗੁਜ਼ਾਰਾ ਕਰਨਾ ਪੈਣਾ ਹੈ। ਤਰ੍ਹਾਂ ਤਰ੍ਹਾਂ ਦਾ ਮੱਛਰ ਲੜਾਉਣਾ ਪੈਣਾ ਹੈ, ਤਰ੍ਹਾਂ ਤਰ੍ਹਾਂ ਦੇ ਜੰਗਲੀ ਜਾਨਵਰ ਰਸਤੇ ਦੇ ਵਿੱਚ ਟੱਕਰਨੇ ਆ, ਕਈ ਤਰ੍ਹਾਂ ਦੇ ਲੋਕ ਮਿਲਣੇ ਹੈ, ਉਹਨਾਂ ਦੀਆਂ ਬੋਲੀਆਂ ਬੜੀਆਂ ਵੱਖਰੀਆਂ ਹੋਣੀਆਂ। ਸਾਰੇ ਇੱਕਸਾਰ ਪੰਜਾਬੀ ਬੋਲਣ ਵਾਲੇ ਤੇ ਰਸਤੇ 'ਚ ਮਿਲਣੇ ਨਹੀਂ। ਪਤਾ ਨਹੀਂ ਵੱਖਰੇ ਵੱਖਰੇ ਲੋਕਾਂ ਦੇ ਨਾਲ ਸਾਡਾ ਵਾਹ ਪੈਣਾ ਹੈ। ਜੇ ਤੇ ਇਹ ਸਾਰਾ ਕੁਝ ਤੂੰ ਹੰਢਾ ਸਕਦਾ ਹੈ, ਫਿਰ ਮੇਰੇ ਨਾਲ ਚੱਲੇ। ਜੇ ਸੁੱਖ ਭੋਗਣੇ ਹੈ, ਫਿਰ ਤੇਰੀ ਮਰਜ਼ੀ ਹੈ, ਚਲਿਆ ਜਾ ਵਾਪਸ ਤਲਵੰਡੀ ਦੇ ਵਿੱਚ, ਜਾ ਜਾ ਕੇ ਘਰ ਦੇ ਵਿੱਚ ਸੁੱਖ ਆਰਾਮ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਇਹ ਪਾਵਨ ਉਪਦੇਸ਼ ਜਿਹੜਾ ਉਹ ਬਖਸ਼ਿਸ਼ ਕਰ ਰਹੇ ਹਨ। ਸਦਾ ਨਗੰਤਾ ਜਾਨੀਏ ਪ੍ਰਣੈ ਉਦਿਆਨ, ਸੰਗ ਰਹਿਨ ਮਨ ਤੇ ਬਨੇ ਕਰੀਏ ਉਹ ਪਰਵਾਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮਰਦਾਨਿਆਂ, ਮੇਰੇ ਨਾਲ ਜੰਗਲਾਂ ਦੇ ਵਿੱਚ ਰਹਿ ਕੇ ਉੱਥੇ ਤੇ ਭੁੱਖ ਹੀ ਕੱਟਣੀ ਪੈਣੀ ਹੈ, ਹੋਰ ਉੱਥੇ ਕੁਝ ਵੀ ਨਹੀਂ। ਕੋਈ ਚੰਗੀ ਆਸ ਨਹੀਂ ਰੱਖੀ ਜਾ ਸਕਦੀ, ਚੰਗਾ ਬਸਤਰ ਵੀ ਨਹੀਂ ਮਿਲ ਸਕਦਾ। ਇਹ ਸਾਰਾ ਕੁਝ ਜਿਹੜਾ ਸਾਨੂੰ ਰਸਤੇ ਦੇ ਵਿੱਚ ਕਠਿਨਾਈਆਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਵੇਗਾ। ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੁਕੀ, ਆਨ ਜਾਨ ਕੀ ਆਸਾ ਚੁਕੀ। ਭਾਈ ਮਰਦਾਨਾ ਜੀ ਹੱਥ ਜੋੜਦੇ ਨੇ, ਹੱਥ ਜੋੜ ਕੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦੇ ਬਾਬਾ ਤੇਰੀ ਕਿਰਪਾ ਦੇ ਨਾਲ, ਮਾਲਕ ਦੀ ਕਿਰਪਾ ਦੇ ਨਾਲ ਹੁਣ ਮੇਰੇ ਮਨ ਦੀ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਖਤਮ ਹੋ ਗਈ ਹੈ। ਹੁਣ ਮੈਨੂੰ ਕੋਈ ਮਨ ਦੀ ਲਾਲਸਾ ਨਹੀਂ ਰਹੀ, ਕੋਈ ਇੱਛਾ ਵੀ ਨਹੀਂ ਰਹੀ ਹੈ। ਅਸਮਾਨ ਕੋ ਨਦਰ ਨ ਆਵੇ, ਦਿਨ ਕਰ ਪੇਖ ਖਦ ਅੰਤ ਨ ਭਾਵੇ। ਕਹਿੰਦੇ ਅਗਲੀ ਗੱਲ ਇਹ ਵੀ ਹੈ ਕਿ ਮੈਨੂੰ ਦੁਨੀਆ ਦੇ ਵਿੱਚ ਤੁਹਾਡੇ ਵਰਗਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਤੁਸੀਂ ਬੜੇ ਮਹਾਨ ਹੋ, ਤੁਸੀਂ ਸੂਰਜ ਦੀ ਤਰ੍ਹਾਂ ਹੋ। ਆਹ ਸੰਸਾਰ ਦੇ ਲੋਕ ਤੇ ਕੇਵਲ ਚਮਕਦੇ ਹੋਏ ਟਟਹਿਣਿਆਂ ਦੀ ਤਰ੍ਹਾਂ ਨੇ। ਇਹ ਟਟਹਿਣੇ ਜਿਹੜੇ ਇਹ ਸੂਰਜ ਦਾ ਮੁਕਾਬਲਾ ਕੀ ਕਰ ਸਕਦੇ ਹੈ? ਤੁਸੀਂ ਸੂਰਜ ਦੀ ਤਰ੍ਹਾਂ ਹੋ, ਮੈਨੂੰ ਤੁਸੀਂ ਸ੍ਰੇਸ਼ਟ ਨਜ਼ਰ ਆਉਂਦੇ ਹੋ। ਰਹੋ ਸੰਗ ਮੈਂ ਮਨ ਮੈਂ ਠਾਨੀ, ਸੁਣ ਸ੍ਰੀ ਗੁਰ ਬੋਲੇ ਮ੍ਰਿਦ ਬਾਨੀ। ਫਿਰ ਭਾਈ ਮਰਦਾਨਾ ਜੀ ਕਹਿੰਦੇ ਨੇ, ਕਹਿੰਦੇ ਮੈਂ ਆਪਣੇ ਚਿੱਤ ਵਿੱਚ ਇੱਕ ਗੱਲ ਧਾਰਨ ਕਰ ਲਈ ਹੈ ਕਿ ਮੈਂ ਹੁਣ ਤੁਹਾਡੇ ਨਾਲ ਹੀ ਰਹਿਣਾ ਹੈ, ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ। ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਦੀ ਸੁਣਦੇ ਆ ਤੇ ਫਿਰ ਸਤਿਗੁਰੂ ਪਾਵਨ ਬਚਨ ਆਖਦੇ ਹਨ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਗੱਲ ਆਖਦੇ ਨੇ, ਕਹਿੰਦੇ ਮਰਦਾਨਿਆਂ ਜਾ ਕੇ ਤੇ ਇੱਕ ਰਵਾਬ ਲੈ ਕੇ ਆ। ਫਿਰ ਉਹ ਰਵਾਬ ਲੈ ਕੇ ਆਉਣੀ ਹੈ ਜਿਹਦੇ ਨਾਲ ਕੀਰਤਨ ਕਰਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਬਖਸ਼ਿਸ਼ ਕਰਕੇ ਆਖਦੇ ਹਨ, ਕਵੀ ਸੰਤੋਖ ਸਿੰਘ ਕਹਿੰਦੇ ਕਿ ਮਰਦਾਨਾ ਜੀ ਉੱਠੇ ਨੇ ਰਵਾਬ ਲੱਭਣ ਵਾਸਤੇ, ਤੇ ਉਹ ਜਿਹੜਾ ਤੁਰ ਪੈਂਦੇ ਹਨ, ਲੱਭਣ ਵਾਸਤੇ, ਕੁਝ ਢੂੰਡਣ ਵਾਸਤੇ ਚੱਲਦੇ ਹਨ। ਕਵੀ ਸੰਤੋਖ ਸਿੰਘ ਜੀ ਇੱਥੇ ਆਪਣੇ ਤਰੀਕੇ ਦੇ ਨਾਲ ਕਾਵ ਰੂਪ ਵਿੱਚ ਪੇਸ਼ ਕਰਦੇ ਆ, ਕਹਿੰਦੇ ਨੇ ਕਿ
ਫਿਰ ਭਾਈ ਮਰਦਾਨਾ ਜੀ ਨੇ ਕੀ ਦੇਖਿਆ, ਇੱਕ ਪਠਾਨ ਜਿਹੜਾ ਉਹ ਢਾਡੀ ਵਾਰਾਂ ਗਾ ਰਿਹਾ ਸੀ। ਮਰਦਾਨਾ ਜੀ ਜਿਹੜੇ ਆ ਵੇਖ ਕੇ ਤੇ ਉਹਦੇ ਕੋਲ ਬੈਠ ਜਾਂਦੇ ਹਨ। ਜਬ ਪਠਾਨ ਜਗਿਓ ਘਾਗਿਓ ਮਰਦਾਨਾ ਬਚ ਪਾਹੇ, ਸੁਪਨਰੇ ਕਹਿਕਾਰੀ ਚਲ ਢਾਡੀ ਤੁਸ ਪਾਹੇ। ਕਹਿੰਦੇ ਜਦੋਂ ਫਿਰ ਪਠਾਨ ਜਿਹੜਾ ਸੀ ਨਾ ਉਹ ਢਾਡੀ ਵਾਰਾਂ ਗਾ ਰਿਹਾ, ਉਸ ਵਕਤ ਭਾਈ ਮਰਦਾਨਾ ਜੀ ਨੇ ਉਸ ਪਠਾਨ ਨੂੰ ਕਿਹਾ ਚੱਲ ਤੈਨੂੰ ਕੋਈ ਮਹਾਂਪੁਰਸ਼ ਜਿਹੜਾ ਉਹ ਸੱਦਦਾ ਪਿਆ। ਇਹ ਕਵੀ ਸੰਤੋਖ ਸਿੰਘ ਕਹਿ ਰਿਹਾ। ਵੈਸੇ ਇਸਲਾਮ ਦਾ ਇਤਿਹਾਸ ਇਹ ਕਹਿੰਦਾ ਵੀ ਇਸਲਾਮ ਦੇ ਵਿੱਚ ਸੰਗੀਤ ਦੀ ਮਨਾਹੀ ਹੈ, ਉੱਥੇ ਕੋਈ ਸੰਗੀਤ ਗਾ ਨਹੀਂ ਸਕਦਾ, ਨਾ ਕੋਈ ਗਾ ਸਕਦਾ ਨਾ ਸੁਣ ਸਕਦਾ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਵਿੱਚ ਗਏ, ਬਾਬੇ ਨੇ ਕੀਰਤਨ ਕੀਤਾ ਤੇ ਉਹ ਲੋਕ ਵੱਟੇ ਮਾਰਨ ਵਾਸਤੇ ਆ ਗਏ। ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਇਸ ਗੱਲ ਦੀ ਪੱਕੇ ਤੌਰ ਤੇ ਪਾਬੰਦੀ ਲਾਤੀ, ਮੇਰੇ ਰਾਜ ਵਿੱਚ ਕੋਈ ਗਾ ਨਹੀਂ ਸਕਦਾ। ਜਿੰਨੇ ਗੀਤਕਾਰ ਸੰਗੀਤਕਾਰ ਲੋਕ ਸੀ ਉਹਨਾਂ ਨੇ ਇੱਕ ਜਨਾਜ਼ਾ ਕੱਢਿਆ, ਜਲੂਸ ਕੱਢਿਆ, ਤੇ ਔਰੰਗਜ਼ੇਬ ਦੀ ਸਿਹਤ ਤੇ ਤਾਂ ਵੀ ਕੋਈ ਅਸਰ ਨਾ ਹੋਇਆ। ਉਹ ਕਹਿੰਦਾ ਠੀਕ ਹੈ, ਇਸ ਫਿਰ ਸੰਗੀਤ ਨੂੰ ਇੰਨਾ ਡੂੰਘਾ ਕਰਕੇ ਦਫਨ ਕਰ ਦਿਓ ਜਿੱਥੇ ਦੁਬਾਰਾ ਨਿਕਲ ਨਾ ਸਕੇ। ਭਾਵ ਵੈਸੇ ਸੰਗੀਤ ਵਿੱਚ ਪਾਬੰਦੀ ਹੈ, ਇਸਲਾਮ ਦੇ ਵਿੱਚ ਸੰਗੀਤ ਤੇ ਪਾਬੰਦੀ। ਪਰ ਕਵੀ ਸੰਤੋਖ ਸਿੰਘ ਕਹਿੰਦੇ ਕੋਈ ਪਠਾਨ ਟੱਕਰਿਆ, ਉਹਨੂੰ ਫਿਰ ਭਾਈ ਮਰਦਾਨਾ ਜੀ ਜਿਹੜੇ ਆਖਦੇ ਵੀ ਆ ਤੈਨੂੰ ਕੋਈ ਮਹਾਂਪੁਰਸ਼ ਸਾਦਾ, ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਜ਼ਿਕਰ ਕਰਦੇ ਹਨ। ਉਸੇ ਵਕਤ ਫਿਰ ਉਸ ਪਠਾਨ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਉਂਦੇ ਹੈ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਾਜਮਾਨ ਹੋਏ ਸਨ। ਲਗੀ ਸਮਾਧ ਐ ਨੈਣ ਅਨ ਖੁੱਲੇ, ਦਿਪਤ ਰੂਪ ਦਤ ਦੁਖ ਦਲ ਮੱਲੇ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇਤਰ ਬੰਦ ਕਰਕੇ ਸਮਾਧੀ ਲਾ ਕੇ ਸਤਿਗੁਰੂ ਜੀ ਬੈਠੇ ਹੋਏ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁੰਦਰ ਨੇਤਰਾਂ ਵਾਲੇ ਬਿਰਾਜਮਾਨ ਸਨ। ਫਿਰ ਉਸ ਢਾਡੀ ਨੇ ਆਣ ਕੇ ਰਵਾਬ ਨੂੰ ਜਿਹੜਾ ਉਹ ਵਜਾਉਣਾ ਸ਼ੁਰੂ ਕੀਤਾ ਹੈ। ਸੁਰਾਂ ਦੇ ਵਿੱਚ ਉਹ ਰਵਾਬ ਨੂੰ ਵਜਾਉਂਦਾ ਹੈ। ਉਸ ਰਵਾਬ ਦੀ ਆਵਾਜ਼ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੇਤਰ ਖੁੱਲ੍ਹਦੇ ਹੈ। ਸਤਿਗੁਰੂ ਇੱਕ ਗੱਲ ਆਖਦੇ, ਕਹਿਣ ਲੱਗੇ ਜਿਹਨੇ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ, ਜਿਹਨੇ ਮਾਲਕ ਦੀ ਵਡਿਆਈ ਨਹੀਂ ਕੀਤੀ, ਉਹਦਾ ਜੀਵਨ ਵਿਅਰਥ ਚਲਿਆ ਜਾਂਦਾ ਏ। ਤਿਰਕਾਰ ਹੈ ਉਹਦਾ ਜੀਵਨ, ਜਿਹਨੇ ਰੱਬ ਦੀ ਸਿਫਤੋ ਸਲਾਹ ਨਹੀਂ ਕੀਤੀ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਮਰਦਾਨਿਆਂ ਛੇੜ ਇਸ ਰਵਾਬ ਦੀ ਤਾਰ ਨੂੰ ਤੇ ਇਹਨੂੰ ਵਜਾਉਣਾ ਕਰ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਉਹ ਰਵਾਬ ਆਪਣੇ ਹੱਥ ਵਿੱਚ ਫੜੀ ਹੈ। ਉਹਨੇ ਸੁਰ ਨੂੰ ਛੇੜਨਾ ਕੀਤਾ ਤੇ ਰਵਾਬ ਨੂੰ ਵਜਾਉਣ ਲੱਗਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਜਦੋਂ ਪ੍ਰੇਮ ਵਿੱਚ ਭਿੱਜ ਕੇ ਭਾਈ ਮਰਦਾਨਾ ਜੀ ਨੇ ਉਸ ਰਵਾਬ ਨੂੰ ਵਜਾਇਆ ਨਾ, ਕਹਿੰਦੇ ਇਵੇਂ ਮਹਿਸੂਸ ਹੋਇਆ ਜਿਵੇਂ ਰੁੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਵਰਸਣ ਲੱਗ ਗਿਆ ਹੋਵੇ, ਰੁੱਖਾਂ ਦੇ ਵਿੱਚ ਵੀ ਰਸ ਜਿਹੜਾ ਭਰ ਗਿਆ ਹੋਵੇ। ਜਿਹੜੇ ਉਸ ਵਕਤ ਪੰਛੀ ਰੰਗ ਬਰੰਗੇ ਆਕਾਸ਼ ਵਿੱਚ ਉੱਡਦੇ ਸਨ, ਉਹਨਾਂ ਦੇ ਅੰਦਰ ਵੀ ਪ੍ਰੇਮ ਜਿਹੜਾ ਉਛਲ ਉਛਲ ਕੇ ਆਉਣ ਲੱਗ ਗਿਆ। ਭਾਵ ਭਾਈ ਮਰਦਾਨਾ ਜੀ ਰਵਾਬ ਵਜਾ ਰਹੇ ਸਨ, ਸਾਰੇ ਪਾਸੇ ਪ੍ਰੇਮ ਦੀ ਇੱਕ ਤਰੰਗ ਜਿਹੜੀ ਉਹ ਉਪਜ ਪੈਂਦੀ, ਉੱਠ ਪੈਂਦੀ ਹੈ। ਕਵੀ ਸੰਤੋਖ ਸਿੰਘ ਕਹਿੰਦੇ ਨੇ ਹਵਾ ਜਿਵੇਂ ਰੁਕ ਗਈ ਹੋਵੇ ਉਸ ਰਵਾਬ ਨੂੰ ਸੁਣਨ ਵਾਸਤੇ, ਜਿਵੇਂ ਸਾਰੇ ਉਸ ਤਾਣ ਦੇ ਕਰਕੇ ਮੋਏ ਗਏ ਹੋਣ, ਰੁਕ ਕੇ ਉਸ ਰਵਾਬ ਨੂੰ ਸੁਣ ਲੱਗੇ ਹੋਣ। ਕਵੀ ਸੰਤੋਖ ਸਿੰਘ ਕਹਿੰਦੇ ਇੰਨੀ ਸੁੰਦਰ ਰਵਾਬ ਵੱਜ ਰਹੀ ਸੀ, ਮੰਨ ਲਓ ਉਦੋਂ ਜਿਹੜੇ ਪੰਛੀ ਸਨ, ਜਿਹੜੇ ਉਸ ਵਕਤ ਉੱਥੇ ਦਰਖਤ ਸਨ, ਮੰਨ ਲਓ ਵੀ ਸਮਾਧੀਆਂ ਲਾ ਕੇ ਸੁਣ ਲੱਗ ਗਏ ਹੋਣ, ਉਹ ਵੀ ਜਿਹੜੇ ਸਨ ਧਿਆਨ ਟਿਕਾ ਕੇ ਉਸ ਰਵਾਬ ਨੂੰ ਸੁਣਦੇ ਪਏ ਹਨ। ਕਵੀ ਸੰਤੋਖ ਸਿੰਘ ਕਹਿੰਦੇ ਮੰਨ ਲਓ ਜਿਵੇਂ ਮਿਰਗ ਜਿਹੜੇ ਹਨ, ਭਾਵ ਜੰਗਲੀ ਜੀਵ ਜਿਹੜੇ ਸਨ,
ਉਹ ਵੀ ਕੋਲ ਆਣ ਕੇ ਖਲੋ ਗਏ ਹੋਣ, ਉਹਨਾਂ ਦੇ ਅੰਦਰ ਵੀ ਪ੍ਰੇਮ ਜਿਹੜਾ ਹੈ ਨਾ ਉਹ ਉਪਜਾਇਆ ਹੋਵੇ। ਸੋ ਢਾਡੀ ਸੁਨ ਬਿਸਮੇ ਭਇਓ, ਬਿਸਰੇ ਪਾਨੇ ਤੇ ਛਿਨ ਗਇਓ। ਕਹਿਣ ਲੱਗੇ ਕਿ ਉਹ ਜਿਹੜਾ ਢਾਡੀ ਸੀ ਨਾ, ਉਹ ਵੀ ਜਿਹੜਾ ਹੈਰਾਨ ਹੋ ਜਾਂਦਾ ਵੀ ਇੰਨੀ ਸੁੰਦਰ ਰਵਾਬ ਇਹ ਕੌਣ ਵਜਾ ਰਿਹਾ ਹੈ। ਭਾਈ ਮਰਦਾਨਾ ਜੀ ਵਜਾ ਰਹੇ ਹਨ। ਐਵੇਂ ਕਰਕੇ ਉਹ ਕਹਿੰਦੇ ਕਿ ਇੱਦਾਂ ਦੀ ਰਵਾਬ ਤੇ ਮੈਂ ਕਦੇ ਵੱਜਦੀ ਜਿਹੜੀ ਉਹ ਵੇਖੀ ਨਹੀਂ ਹੈ। ਐਵੇਂ ਕਰਕੇ ਭਾਈ ਮਰਦਾਨਾ ਜੀ ਵਜਾਈ ਜਾਂਦੇ ਨੇ। ਸਾਰੇ ਜਾਣੇ ਜਿਹੜੇ ਸਨ ਉਹ ਸੁਣ ਰਹੇ ਸਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਸਨ। ਇਹ ਤਾਂ ਬੋਲ ਜੇ ਬਿਦ ਬਦਨਾ ਬਦੋ ਸੁਖ ਧਾਮਾ, ਤੇ ਬਿਦ ਕਰੋ ਅਵੇ ਸੁਖ ਧਾਮਾ। ਫਿਰ ਜਦੋਂ ਉਸ ਰਵਾਬ ਦੀ ਸਮਾਪਤੀ ਹੁੰਦੀ ਹੈ, ਸਮਾਪਤੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਕੀ ਬਖਸ਼ਿਸ਼ ਕਰਦੇ ਨੇ? ਭਾਈ ਮਰਦਾਨਾ ਜੀ ਨੂੰ ਕੋਈ ਬਚਨ ਆਖਦੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਭਾਈ ਮਰਦਾਨਾ ਜੀ ਉਸ ਹੁਕਮ ਨੂੰ ਮੰਨਦੇ ਹਨ। ਬੋਲੇ ਪ੍ਰਭੂ ਦੀਨ ਦਿਆਲਾ, ਲਿਓ ਰਵਾਬ ਜੁਰਤ ਵਸਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਕਹਿੰਦੇ ਮਰਦਾਨਿਆਂ ਇੱਕ ਵਧੀਆ ਜੀ ਰਵਾਬ ਜਿਹੜੀ ਹੈ ਨਾ ਉਹ ਤੂੰ ਖਰੀਦ ਕੇ ਲਿਆਉਣਾ